हेलो स्टूडेंट्स, हाउ आर यू? वेलकम टू योर बॉटनी लेक्चर। बेटा ਆਪਾਂ ਸਟਾਰਟ ਕੀਤਾ ਸੀ ਵੈਸਕੂਲਰ ਕੈਂਬੀਅਮ। ਅੱਜ ਆਪਾਂ ਪੜ੍ਹਦੇ ਹਾਂ ਪੈਰੀਡਰਮ। ਹੁਣ ਐਕਚੁਅਲੀ 'ਚ ਪੈਰੀਡਰਮ ਕੀ ਹੁੰਦਾ ਹੈ ਬੇਟੇ? ਜਦੋਂ ਆਪਾਂ ਪੜ੍ਹਿਆ ਹੈ ਕਿ ਕੈਂਬੀਅਮ ਬਣ ਗਿਆ ਔਰ ਸੈਕੰਡਰੀ ਗਰੋਥ ਸਟਾਰਟ ਹੋ ਗਈ ਆ, ਤਾਂ ਉਹਦੇ ਨਾਲ ਸੈਕੰਡਰੀ ਗਰੋਥ ਦੇ ਨਾਲ ਜਿਹੜਾ ਨੌਨ ਵੈਸਕੂਲਰ ਟਿਸ਼ੂਜ਼ ਦੇ ਵਿੱਚ ਵੀ ਚੇਂਜਸ ਆਉਂਦੀਆਂ ਆ, ਉਹਨੂੰ ਅਸੀਂ ਕਹਿੰਦੇ ਹਾਂ ਪੈਰੀਡਰਮ। ਹੁਣ ਤੁਸੀਂ ਆਹ ਡਾਇਗਰਾਮ ਆਪਾਂ ਦੇਖਿਆ ਸੀਗਾ ਕਿ ਆਹ ਵੈਸਕੂਲਰ ਟਿਸ਼ੂ ਆ, ਇਹਦੇ ਜਿਹੜੀ ਡਾਈਕੋਟ ਸਟੈਮ ਹੁੰਦੀ ਆ, ਉਹਦੇ ਵਿੱਚ ਅਗਰ ਰਿੰਗ ਲਾਈਕ ਵੈਸਕੂਲਰ ਟਿਸ਼ੂ ਪ੍ਰੈਜ਼ੈਂਟ ਆ ਤਾਂ ਇਹਦੇ ਵਿੱਚ ਆਹ ਅੰਦਰ ਪਿੱਠ ਵੱਲ ਨੂੰ ਜ਼ਾਇਲਮ ਬਣਦਾ ਆ ਅਤੇ ਬਾਹਰ ਪੈਰੀਫਰੀ ਸਾਈਡ ਫਲੋਇਮ ਬਣਦਾ ਆ, ਅਤੇ ਸੈਂਟਰ ਦੇ ਵਿੱਚ ਕੈਂਬੀਅਮ ਰਿੰਗ ਬਣਦੀ ਆ। ਕੈਂਬੀਅਮ ਦਾ ਬਣਨਾ ਮਤਲਬ ਸੈਕੰਡਰੀ ਗਰੋਥ ਸਟਾਰਟ ਹੋ ਗਈ ਆ। ਹੁਣ ਕੀ ਹੋਣਾ ਆ ਕਿ ਆ ਜਿਹੜੇ ਨਾਲ ਮੈਡੂਲਰੀ ਸੈਲਸ ਪ੍ਰੈਜ਼ੈਂਟ ਹੁੰਦੇ ਆ, ਇਹ ਵੀ ਐਕਟਿਵ ਹੋ ਕੇ ਡਿਵਾਈਡ ਹੋਣਾ ਸ਼ੁਰੂ ਹੁੰਦੇ ਆ ਡਿਊਰਿੰਗ ਸੈਕੰਡਰੀ ਗਰੋਥ। ਜਦੋਂ ਕੈਂਬੀਅਮ ਬਣ ਜਾਂਦਾ ਹੈ ਤਾਂ ਇਹ ਵੀ ਇੱਦਾਂ ਡਿਵਾਈਡ ਹੋ ਕੇ ਕੈਂਬੀਅਮ ਰਿੰਗ ਨਾਲ ਜੁੜ ਜਾਂਦੇ ਆ, ਤਾਂ ਇਸ ਤਰ੍ਹਾਂ ਇੱਕ ਪੂਰੀ ਰਿੰਗ ਫਾਰਮ ਹੋ ਜਾਂਦੀ ਆ। ਇਹਦਾ ਮਤਲਬ ਸੈਕੰਡਰੀ ਗਰੋਥ ਜਿਹੜੀ ਆ ਸਟਾਰਟ ਹੋ ਗਈ ਆ, ਕੰਪਲੀਟ ਹੋ ਰਹੀ ਆ ਹੌਲੀ ਹੌਲੀ। ਤਾਂ ਸੈਕੰਡਰੀ ਗਰੋਥ ਦੇ ਦੌਰਾਨ ਆਪਾਂ ਪੜ੍ਹਿਆ ਹੈ ਕਿ ਗਰਥ ਇਨਕਰੀਜ਼ ਹੋ ਰਹੀ ਆ। ਚਲੋ ਹੈ ਨਾ, ਆ ਜਿਹੜੀ ਜ਼ਾਇਲਮ ਔਰ ਫਲੋਇਮ ਦੇ ਵਿਚਕਾਰ ਜਿਹੜੀ ਕੈਂਬੀਅਮ ਰਿੰਗ ਹੈ, ਇਹਨੂੰ ਆਪਾਂ ਕਹਿੰਦੇ ਹਾਂ ਫੈਸੀਕੂਲਰ ਜਾਂ ਇੰਟਰਾਫੈਸੀਕੂਲਰ ਕੈਂਬੀਅਮ। ਜਿਹੜੀ ਆਹ ਦੋ ਵੈਸਕੂਲਰ ਟਿਸ਼ੂਜ਼ ਦੇ ਵਿਚਕਾਰ ਵਾਲੀ ਰਿੰਗ ਆ, ਇਹ ਹੋ ਗਈ ਇੰਟਰਫੈਸੀਕੂਲਰ ਕੈਂਬੀਅਮ। ਹੁਣ ਜਦੋਂ ਕੈਂਬੀਅਮ ਬਣ ਗਈ, ਸੈਕੰਡਰੀ ਗਰੋਥ ਸਟਾਰਟ ਹੋਈ, ਤਾਂ ਬਣਨਾ ਆ ਸੈਕੰਡਰੀ ਜ਼ਾਇਲਮ ਅਤੇ ਸੈਕੰਡਰੀ ਫਲੋਇਮ। ਸੈਕੰਡਰੀ ਜ਼ਾਇਲਮ ਔਰ ਸੈਕੰਡਰੀ ਫਲੋਇਮ ਜਿਹੜਾ ਆ ਉਹ ਜ਼ਿਆਦਾ ਬਣਨਾ ਆ ਸੈਕੰਡਰੀ ਗਰੋਥ ਦੇ ਦੌਰਾਨ। ਤਾਂ ਇਹ ਜਿਹੜੇ ਸੈਕੰਡਰੀ ਜ਼ਾਇਲਮ ਸੈਕੰਡਰੀ ਫਲੋਇਮ ਬਣੇ, ਇਹਨਾਂ ਨੇ ਆਹ ਵਾਲੇ ਸੈਲਸ 'ਤੇ ਜਾਂ ਟਿਸ਼ੂਜ਼ 'ਤੇ ਪ੍ਰੈਸ਼ਰ ਲਗਾਉਣਾ, ਬਾਹਰ ਦੀ ਤਰਫ ਖਿਸਕਣਾ ਆ, ਤਾਂ ਪ੍ਰੈਸ਼ਰ ਲੱਗਣਾ ਆ। ਉਸ ਪ੍ਰੈਸ਼ਰ ਦੇ ਨਾਲ ਜਿਹੜੇ ਇੱਥੇ ਨੌਨ ਵੈਸਕੂਲਰ ਟਿਸ਼ੂਜ਼ ਪ੍ਰੈਜ਼ੈਂਟ ਸੀਗੇ, ਆਹ ਦੇਖੋ ਇੱਦਾਂ ਨੌਨ ਵੈਸਕੂਲਰ ਟਿਸ਼ੂਜ਼ ਜਿਹੜੇ ਪ੍ਰੈਜ਼ੈਂਟ ਸੀਗੇ, ਉਹਨਾਂ ਦੇ ਵਿੱਚ ਵੀ ਡਿਵੀਜ਼ਨ ਸਟਾਰਟ ਹੋ ਜਾਣੀ ਆ। ਤਾਂ ਜਦੋਂ ਹੁਣ ਇਹ ਡਿਵੀਜ਼ਨ ਸਟਾਰਟ ਹੋਈ ਤਾਂ ਜਿਹੜਾ ਬਾਹਰ ਕੀ ਹੁੰਦਾ ਆ, ਕਿਊਟੀਕਲ, ਉਸ ਤੋਂ ਨੀਚੇ ਐਪੀਡਰਮਿਸ, ਐਪੀਡਰਮਿਸ ਤੋਂ ਨੀਚੇ ਕਾਰਟੈਕਸ, ਕਾਰਟੈਕਸ ਤੋਂ ਨੀਚੇ ਜਨਰਲ ਜਿਹੜਾ ਆ ਐਂਡੋਡਰਮਿਸ, ਫਿਰ ਪੈਰੀਸਾਈਕਲ, ਫਿਰ ਵੈਸਕੂਲਰ ਟਿਸ਼ੂਜ਼ ਅਤੇ ਫਿਰ ਪਿੱਥ ਪ੍ਰੈਜ਼ੈਂਟ ਹੁੰਦਾ ਹੈ। ਪ੍ਰਾਇਮਰੀ ਗਰੋਥ। ਸੈਕੰਡਰੀ ਗਰੋਥ 'ਚ ਕੈਂਬੀਅਮ ਬਣਿਆ, ਸੈਕੰਡਰੀ ਫਲੋਇਮ, ਸੈਕੰਡਰੀ ਜ਼ਾਇਲਮ ਬਣੇ। ਆ ਜਦੋਂ ਸੈਕੰਡਰੀ ਜ਼ਾਇਲਮ ਔਰ ਸੈਕੰਡਰੀ ਫਲੋਇਮ ਬਣ ਗਏ ਤਾਂ ਇਹਨਾਂ ਨੇ ਬਾਹਰ ਨੂੰ ਪ੍ਰੈਸ਼ਰ ਲਗਾਉਣਾ। ਇਹ ਵੀ ਜਿਹੜੇ ਸੈਲਸ ਹੈ ਐਕਟਿਵਲੀ ਡਿਵਾਈਡ ਹੋਣਾ ਸਟਾਰਟ ਕਰ ਦੇਣੇ ਆ। ਤਾਂ ਜਿਹੜਾ ਕੋਰਕ ਕੈਂਬੀਅਮ, ਇਹਦੇ ਨਾਲ ਕੀ ਹੋਣਾ, ਡਿਵੀਜ਼ਨ ਦੇ ਨਾਲ ਕੀ ਬਣਨਾ ਆ, ਕੋਰਕ ਕੈਂਬੀਅਮ। ਹੁਣ ਇਸ ਕੋਰਕ ਕੈਂਬੀਅਮ ਨੇ ਬਾਹਰਲੀ ਸਾਈਡ ਬਣਾਉਣਾ ਆ ਕੋਰਕ ਅਤੇ ਅੰਦਰਲੀ ਸਾਈਡ ਬਣਾਉਣਾ ਆ ਸੈਕੰਡਰੀ ਕਾਰਟੈਕਸ। ਠੀਕ ਹੈ, ਇਹ ਐਕਚੁਅਲੀ 'ਚ ਕੋਰਕ ਕੈਂਬੀਅਮ ਅਤੇ ਸੈਕੰਡਰੀ ਕਾਰਟੈਕਸ ਮਿਲ ਕੇ ਆਪਾਂ ਇਹਨਾਂ ਨੂੰ ਕਹਿੰਦੇ ਆ ਪੈਰੀਡਰਮ। ਇਸ ਡਾਇਗਰਾਮ 'ਚ ਹੈਗਾ ਆ। ਤਾਂ ਜੇ ਡੈਫੀਨੇਸ਼ਨ ਦੇਖੀਏ ਪੈਰੀਡਰਮ ਦੀ, ਤਾਂ ਕੰਟੀਨਿਊਸ ਸੈਕੰਡਰੀ ਗਰੋਥ ਜਿਹੜੀ ਆ ਉਹਦੇ ਨਾਲ ਕੀ ਹੁੰਦਾ ਆ, ਰਪਚਰਿੰਗ ਹੋ ਜਾਂਦੀ ਆ ਐਪੀਡਰਮਿਸ ਦੀ, ਅਤੇ ਫਿਰ ਇੱਕ ਸੈਕੰਡਰੀ ਗਰੋਥ ਜਾਂ ਸੈਕੰਡਰੀ ਪ੍ਰੋਟੈਕਟਿਵ ਟਿਸ਼ੂ ਪ੍ਰੋਡਿਊਸ ਹੁੰਦੇ ਆ ਔਨ ਦਾ ਸਰਫੇਸ ਆਫ ਦਾ ਸਟੈਮ। ਇਸ ਪ੍ਰੋਟੈਕਟਿਵ ਲੇਅਰ ਨੂੰ ਅਸੀਂ ਕਹਿੰਦੇ ਹਾਂ ਪੈਰੀਡਰਮ। ਤਾਂ ਕੁੱਲ ਮਿਲਾ ਕੇ ਜਿੱਦਾਂ ਸੈਕੰਡਰੀ ਜ਼ਾਇਲਮ ਬਣਿਆ, ਸੈਕੰਡਰੀ ਫਲੋਇਮ ਬਣਿਆ, ਆਹ ਸੈਲਸ 'ਚ ਡਿਵੀਜ਼ਨ ਹੋਈ, ਤਾਂ ਸਾਰਾ ਫੋਰਸ ਕਿਤੇ ਲੱਗਣਾ ਆ, ਪਹਿਲੀ ਵਾਲੀ ਲੇਅਰ 'ਤੇ ਐਪੀਡਰਮਿਸ 'ਤੇ। ਤਾਂ ਐਪੀਡਰਮਿਸ ਰਪਚਰ ਹੋ ਸਕਦੀ ਆ, ਪਰ ਬਾਕੀ ਟਿਸ਼ੂਸ ਨੂੰ, ਬਾਕੀ ਸੈਲਸ ਨੂੰ ਬਚਾਉਣ ਲਈ ਜਿਹੜੀ ਲੇਅਰਸ ਡਿਵੈਲਪ ਹੁੰਦੀਆਂ ਆ, 3 ਲੇਅਰਸ, ਕੋਰਕ ਕੈਂਬੀਅਮ ਅਤੇ ਸੈਕੰਡਰੀ ਕਾਰਟੈਕਸ, ਉਹਨੂੰ ਅਸੀਂ ਮਿਲ ਕੇ ਕਹਿੰਦੇ ਆ ਪੈਰੀਡਰਮ। ਹੁਣ ਪੈਰੀਡਰਮ ਦੀਆਂ 3 ਲੇਅਰਸ ਹੁੰਦੀਆਂ ਆ, ਫੈਲਮ ਔਰ ਕੋਰਕ, ਫੈਲੋਜਨ ਔਰ ਕੋਰਕ ਕੈਂਬੀਅਮ, ਫੈਲੋਡਰਮ ਔਰ ਲਿਵਿੰਗ ਪੈਰਨਕਾਈਮਾ। ਇਹ ਜਿਹੜੀ ਫੈਲੋਡਰਮ ਆ, ਇਹ ਲਿਵਿੰਗ ਪੈਰਨਕਾਈਮੇਟਸ ਸੈਲਸ ਦੀ ਬਣੀ ਹੁੰਦੀ ਹੈ, ਅਤੇ ਉਹ ਪੈਰਨਕਾਈਮੇਟਸ ਸੈਲਸ ਜਿਹੜੇ ਉਹ ਲਿਵਿੰਗ ਹੁੰਦੇ ਆ।
एक्टिवली तां ही डिवाइड करते हैं ना। ये वाले डायग्राम च तुहानूं क्लीयर कट समझ आऊगा जो मैं दस्सिया सीगा कि जदों बाहरले सैल भी एक्टिवली डिवाइड हो के कॉर कैंबियम बनाते हैं तो आ जिहड़ी लेयर्स आ ये कॉर कैंबियम आ रैक्टेंगुलर सैल्स की बनी हुंदी है। उपरली साइड ये बनाते आ कॉर्क टूवर्ड्स द इपीडर्मिस जिन्हों असी फैलम भी कहने हैं, और टूवर्ड्स द लोअर साइड ये बनाते आ फैलोडर्म जिहड़ी कि पैरेनकाइमेटा सैल्स की बनी हुंदी है, जिहड़ी लिविंग इनू पैरेनकाइमा भी कहने हैं असी। हुण बेटा की होना आ जिहड़े आ तो सानू पता है कि लिविंग आ पैरेनकाइमेटा सैल्स के बने हुंदे आ। सो इन्हां च विच आ देखो इंटर सैलूलर आ विचकार गैप आ, ये हो गई इंटर सैलूलर स्पेसिस। तो इन्हां दे विच किते किते स्पेसिस बन जांदियां आ जदों ये डिवाइड हुंदे उन्हां नूं इंटर सैलूलर स्पेसिस कहंदे आ। ते आ जिहड़े हुण सैल्स हैगे आ कॉर्टेक्स दे कॉर्क दे इनू ये जिहड़े आ देखो सैल आ इन्हां दे आले दुआले सुबरिन दी डिपोजिशन हुंदी आ। ठीक है, सुबरिन दी डिपोजिशन होण करके थिक वॉल्ड हुंदे आ ते ये पानी लई इनपरमेएबल हुंदे आ, पानी नूं अंदर नहीं आण दिंदे हैगे। और ये तो स्टैम च इनपरमेएबल टू वाटर हुंदे आ क्योंकि थिक लेयर ऑफ सुबरिन डिपोजिशन हुंदी आ हर सैल दे आले दुआले। ठीक है, लेकिन रूट्स दे विच सुबरिन डिपोजिशन जिहड़ा थिन लेयर्ड हुंदा आ क्योंकि आपां कहने कि रूट्स एब्जॉर्ब करदियां पानी फ्रॉम सॉयल। तो जे ये थिक होए तो पानी अंदर बिल्कुल नहीं जाना हैगा, डैड हो सकते हैं टिश्यूज़, इस करके उत्थे थिन हुंदियां पर स्टैम दे विच ये थिक हुंदे। हुण की होना आ जदों आ भी सैल्स बन गए, सैकेंडरी कॉर्टेक्स बन गया, कॉर्क कैंबियम बन गया, कॉर्क बन गया, गर्थ तो ऑबवियस है कि एनी देखो इनक्रीज़ हो ही रही है। जिहड़ा साडा मेन टॉपिक सीगा कि कैंबियम क्यों बनता है, क्यों सैकेंडरी ग्रोथ हुंदी है कि प्लांट्स दे स्टैम और रूट दा डायमीटर इनक्रीज़ होना। तो ये जदों इन्ने सैल्स बनते हैं ये सारे फोर्स लगाते हैं इपीडर्मिस ते क्योंकि आउटर मोस्ट लेयर इपीडर्मिस हुंदी है ना। तो जदों इपीडर्मिस ते फोर्स लगता है तो बेटा कितों कितों इपीडर्मिस जिहड़ी आ वो टुट जाती है, टुट के उत्थे पोर्स या ओपनिंग डेवलप हुंदी है जिन्हां नूं आपां कहने आ लैंटी सैल्स। वो लैंटी सैल्स का की फंक्शन है गैशियस एक्सचेंज करना, वो लैंटी सैल्स करते हैं। ये अगर थोनों ये डायग्राम समझ आ गया तो पूरा जिहड़ा पैरीडम आ वो क्लीयर आ, इतों ही समझ आ जाना आ। बाकी डिस्क्रिप्शन दे विच बेटा डेफिनेशनस ही आ कि कॉर्क और फैलम की हुंदा आ, बस तुसीं वो वाला डायग्राम याद रख लेना, थोनों सारा कुछ समझ आ जाना। डेफिनेशन तुसीं इत्थों पढ़ के लिख सकते हैं। फैलम जिहड़ा आ फैलोजन तो एक्सटीरियर जो मैं थोनों दस्सिया मतलब बाहरली साइड बनता आ, और ये किदां दे सैल्स हुंदे तुसीं लिख सकते हैं, रैक्टेंगुलर आ या किदां दे भी आ, स्फैरिकल आ, जिदां दे भी सैल्स बने। ये नॉन लिविंग हुंदे आ, इंटर सैलूलर स्पेसिस च नहीं हुंदियां हैगियां क्योंकि वो सैकेंडरी कॉर्टेक्स च हुंदियां आ। ते इन्हां दी जिहड़ी वॉल्स आ वो हाईली सुबराइन, मैं तुहानूं पहले ही दस्सिया सुबराइन दी लेयर हुंदी आ उहदे ते इनपरमेएबल टू वाटर आ, है ना। इदां दो दो तीन तीन लाइनां च तुसीं इहनूं डिस्क्राइब कर देना आ। फिर सेम वे फैलोजन और कॉर्क कैंबियम हो गया, ये डायग्राम बनया होया आ। ये सैकेंडरी लेटरल मेरिस्टेम प्रोड्यूसिंग फैलोडम इंटरनली, फैलम एक्सटर्नली, मतलब ये सेंटर च प्रेजेंट हुंदी आ, बाहरली साइड ये कॉर्क प्रेजेंट हुंदा आ ते अंदरली साइड सैकेंडरी कॉर्टेक्स प्रेजेंट हुंदा आ। हुण तुसीं ये जिहड़े सैकेंड नाम आ फैलोजन, फैलोडम ते फैलम, ये जरूर याद रखने आ। कई बार 1 मार्क के अकॉर्डिंग फैलम यही नाम पुछते हैं। तो यह सुपरफिशियल आ, एट और क्लोज टू एपिडर्मिस, डीप सीटेड, जिन्ना तुसीं लिख सकते हैं एक एक दो दो लाइनां च तुसीं इहनूं डिस्क्राइब कर देना है। नाल आ छोटे छोटे डायग्राम बना देने। फिर बेटा हैगा आ
ਫੈਲੋਡਰਮ ਜਾਂ ਲਿਵਿੰਗ ਪੈਰਨਕਾਈਮਾ ਕੀ ਹੁੰਦਾ ਆ। ਆਹ ਲੇਅਰਸ ਇੱਥੇ ਦੱਸੀਆਂ ਹੋਈਆਂ ਆ, ਤਿੰਨੋਂ ਲੇਅਰ ਫੈਲਮ, ਕੌਰਕ, ਫੈਲੋਜਮ, ਕੈਂਬੀਅਮ ਅਤੇ ਫੈਲੋਡਰਮ, ਲਿਵਿੰਗ ਪੈਰਨਕਾਈਮਾ। ਸੁਬੇਰਨ ਦੀ ਡਿਪੋਜੀਸ਼ਨ ਹੁੰਦੀ ਆ। ਆਹ TS ਆ ਉਹਦਾ, ਜਦੋਂ ਸਟੈਮ ਦਾ ਅਸੀਂ ਇਸ ਤਰ੍ਹਾਂ TS ਕੱਟਦੇ ਹਾਂ ਤਾਂ ਇੱਦਾਂ ਦਾ ਦਿਖਦਾ ਆ। ਬਣਾਉਣਾ ਹੋਇਆ ਬਣਾਇਓ, ਨਹੀਂ ਬਣਾਉਣਾ ਤਾਂ ਤੁਹਾਡੀ ਚੋਇਸ ਆ। ਫਿਰ ਬੇਟਾ ਹੁਣ ਅਸੀਂ ਬਾਰਕ ਦੀ ਗੱਲ ਕਰਦੇ ਹਾਂ। ਅਤੇ ਬਾਰਕ ਕੀ ਆ? ਕੁਛ ਨਹੀਂ ਹੈਗਾ ਬਾਰਕ, ਐਕਸਟਰਾ ਨਥਿੰਗ ਹੈਗਾ ਆ। ਇਹ ਜਿੱਦਾਂ ਆਪਾਂ ਪੜ੍ਹ ਰਹੇ ਹਾਂ ਕਿ ਹੁਣ ਸੈਕੰਡਰੀ ਗਰੋਥ ਹੋ ਰਹੀ ਆ, ਗਰਥ ਇਨਕਰੀਜ਼ ਹੋ ਰਹੀ ਆ, ਨਵੇਂ ਜਿਹੜੇ ਸੈਲਸ ਆ ਉਹ ਬਣੀ ਜਾ ਰਹੇ ਆ, ਅਤੇ ਓਲਡਰ ਵਾਲੇ ਜਿਹੜੇ ਉਹ ਉੱਪਰ ਨੂੰ ਖਿਸਕੀ ਜਾ ਰਹੇ ਆ। ਅਤੇ ਓਲਡਰ ਲੇਅਰਸ ਜਿਹੜੀਆਂ ਫੈਲਮ, ਫੈਲੋਜਨ ਔਰ ਫੈਲੀਡਮ ਦੀਆਂ ਤਿੰਨੋਂ ਲੇਅਰਸ ਜਦੋਂ ਓਲਡਰ ਹੋ ਜਾਂਦੀਆਂ ਆ, ਉੱਪਰ ਦੀ ਤਰਫ ਖਿਸਕ ਜਾਂਦੀਆਂ ਆ, ਤਾਂ ਇਹ ਜਿਹੜੇ ਰੈਸਟ ਆਫ ਦਾ ਟਿਸ਼ੂਸ ਆ, ਇਹਨਾਂ 'ਚ ਥੋੜ੍ਹਾ ਜਿਹਾ ਗੈਪ ਆ ਜਾਂਦਾ ਜਾਂ ਉਹਨਾਂ ਤੋਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਸੈਪਰੇਟ ਕਰ ਲੈਂਦੇ ਆ, ਕਿਉਂਕਿ ਉਹ ਡੈਡ ਹੁੰਦੀਆਂ ਆ, ਅੰਦਰ ਵਾਲੇ ਐਕਟਿਵ ਹੁੰਦੇ ਆ, ਨਵੇਂ ਜਿਹੜੇ ਬਣਦੇ ਆ। ਤਾਂ ਉਹ ਡੈਡ 3 ਲੇਅਰਸ ਨੂੰ ਫੈਲਮ, ਫੈਲੋਜਨ ਅਤੇ ਫੈਲੋਡਰਮ ਜਿਹੜੀਆਂ ਡੈਡ ਹੋਈਆਂ ਹੁੰਦੀਆਂ, ਓਲਡਰ ਹੋਈਆਂ ਹੁੰਦੀਆਂ ਆ ਮੈਚਿਓਰਿਟੀ ਵੇਲੇ, ਉਹਨੂੰ ਆਪਾਂ ਕਹਿੰਦੇ ਆ ਬਾਰਕ। ਬਾਰਕ ਐ ਸੱਚ ਕੁਛ ਨਹੀਂ ਹੈਗਾ, ਇਹੀ ਪਰਤਾਂ ਆ ਜਿਹੜੀਆਂ ਕਿ ਸੁੱਕ ਜਾਂਦੀਆਂ, ਡੈਡ ਹੋ ਜਾਂਦੀਆਂ ਆ ਡਿਊਰਿੰਗ ਮੈਚਿਓਰਿਟੀ, ਓਲਡਰ ਜਦੋਂ ਹੁੰਦੇ ਆ। ਤਾਂ ਆਹ ਡਾਇਗਰਾਮ 'ਚ ਫੋਰਮੇਸ਼ਨ ਆਫ ਬਾਰਕ ਦੱਸਿਆ ਹੋਇਆ ਆ। ਠੀਕ ਹੈ, ਲੈਂਟੀਸੈਲਸ ਮੈਂ ਪਹਿਲਾਂ ਹੀ ਦੱਸਤਾ ਕਿ ਉੱਪਰ ਜਿਹੜੀ ਇਪੀਡਰਮਿਸ ਕਿਤੋਂ ਟੁੱਟ ਜਾਂਦੀ ਆ ਅਤੇ ਉੱਥੇ ਓਪਨਿੰਗਸ ਡਿਵੈਲਪ ਹੋ ਜਾਂਦੀਆਂ, ਜਿਨ੍ਹਾਂ ਨੂੰ ਕਹਿੰਦੇ ਲੈਂਟੀਸੈਲ। ਸੋ ਜਿਹੜਾ 3rd ਵਾਲਾ ਜਿੱਥੇ ਡਾਇਗਰਾਮ ਬਣਿਆ ਹੋਇਆ ਆ, ਅਗਰ ਉਹ ਡਾਇਗਰਾਮ ਤੁਸੀਂ ਧਿਆਨ ਨਾਲ ਕਰ ਲਓ ਤਾਂ ਆਪ ਪੂਰਾ ਡਿਸਕ੍ਰਿਪਸ਼ਨ ਆਪਣੇ ਆਪ ਲਿਖ ਸਕਦੇ ਹੋ। ਨਹੀਂ ਸਮਝ ਆਇਆ ਦੁਬਾਰਾ ਸਮਝ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।